ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਮੈਂ ਹਰਜਿੰਦਰ ਕੌਰ, ਤੁਹਾਡੀ ਪੰਜਾਬੀ ਵਿਸ਼ੇ ਦੀ ਅਧਿਆਪਕਾ, ਤੁਹਾਡਾ ਪੰਜਾਬੀ ਜਮਾਤ ਵਿੱਚ ਸਵਾਗਤ ਕਰਦੀ ਹਾਂ। ਬੇਟਾ ਜੀ ਦੇਖੋ, ਆਪਾਂ ਤੁਹਾਡੀ ਪੰਜਾਬੀ ਪਾਠਮਾਲਾ ਦਾ ਅਭਿਆਸ ਕਰਨ ਜਾ ਰਹੇ ਹਾਂ। ਦੇਖੋ, ਇਹਦੇ ਵਿੱਚ ਆਪਾਂ ਪਹਿਲੀ ਕਵਿਤਾ ਹਰਿਮੰਦਰ ਸਾਹਿਬ ਕੰਪਲੀਟ ਕਰ ਚੁੱਕੇ ਹਾਂ। ਅੱਜ ਆਪਾਂ ਇਸ ਦਾ ਪਾਠ 2 ਭਲੇ ਕਰਮ ਦਾ ਫਲ ਕਰਨ ਜਾ ਰਹੇ ਹਾਂ। ਬੇਟਾ ਇਹ ਇੱਕ ਕਹਾਣੀ ਹੈ। ਬੇਟਾ ਇਸ ਕਹਾਣੀ ਵਿੱਚ ਸਾਨੂੰ ਇਹ ਦੱਸਿਆ ਗਿਆ ਹੈ ਕਿ ਸਾਨੂੰ ਹਮੇਸ਼ਾ ਨੇਕੀ ਅਤੇ ਭਲਾਈ ਦੇ ਕੰਮ ਕਰਨੇ ਚਾਹੀਦੇ ਹਨ, ਕਿਉਂਕਿ ਨੇਕ ਕੰਮਾਂ ਦਾ ਨਤੀਜਾ ਹਮੇਸ਼ਾ ਚੰਗਾ ਹੁੰਦਾ ਹੈ। ਭਾਵ ਕਿਹਾ ਜਾਂਦਾ ਨਾ, ਚੰਗੇ ਕੰਮਾਂ ਦੇ ਚੰਗੇ ਨਤੀਜੇ, ਮਾੜੇ ਕੰਮਾਂ ਦੇ ਮਾੜੇ। ਇਸ ਕਰਕੇ ਸਾਨੂੰ ਕੀ ਹੈ, ਸਾਰਿਆਂ ਨੂੰ ਹਮੇਸ਼ਾ ਚੰਗੇ ਕਰਮ ਕਰਨੇ ਚਾਹੀਦੇ ਹਨ। ਚੰਗੇ ਕੰਮ ਜਿਹੜੇ ਆ ਨਾ, ਉਹ ਸਾਨੂੰ ਹਮੇਸ਼ਾ ਸਾਡਾ ਸਾਥ ਦਿੰਦੇ ਹਨ। ਹਾਂਜੀ ਬੇਟਾ ਦੇਖੋ, ਇਸ ਕਹਾਣੀ ਦੇ ਵਿੱਚ ਇੱਕ ਰਾਜੇ ਦੀ ਗੱਲ ਕੀਤੀ ਗਈ ਹੈ। ਰਾਜੇ ਦਾ ਨਾਮ ਸੀ ਗੋਪਾਲਾ। ਬਹੁਤ ਹੀ ਨਿਮਰ ਅਤੇ ਭਲੇ ਦਿਲ ਵਾਲਾ ਸੀਗਾ। ਬਹੁਤ ਹੀ ਨਿਮਰਤਾ ਭਰਪੂਰ ਸੀਗਾ, ਭਲੇ ਦਿਲ ਵਾਲਾ ਸੀ, ਬਹੁਤ ਹੀ ਚੰਗਾ ਸੀਗਾ। ਲੋਕਾਂ ਦੀ ਭਲਾਈ ਲਈ ਕੋਈ ਕਸਰ ਨਹੀਂ ਸੀ ਛੱਡਦਾ। ਭਾਵ ਉਹਦਾ ਮੁੱਖ ਮਕਸਦ ਕੀ ਸੀ ਕਿ ਉਹਦੀ ਪ੍ਰਜਾ ਜਿਹੜੀ ਆ ਹਮੇਸ਼ਾ ਖੁਸ਼ ਰਵੇ। ਉਸ ਨੂੰ ਸਿਆਣੇ ਮੰਤਰੀ ਅਕਸਰ ਕਹਿੰਦੇ ਸਨ। ਦੇਖੋ, ਉਹਦੇ ਰਾਜ ਸਭਾ ਦੇ ਵਿੱਚ ਬਹੁਤ ਸਾਰੇ ਮੰਤਰੀ ਸਨ। ਉਹ ਅਕਸਰ ਉਹਨੂੰ ਕਹਿੰਦੇ ਸੀ ਕਿ ਬਾਦਸ਼ਾਹ ਸਲਾਮਤ, ਭਲਾਈ ਦੇ ਕੰਮਾਂ ਦੇ ਨਾਲ ਨਾਲ ਸੈਨਾ ਵੱਲ ਵੀ ਧਿਆਨ ਦਿਓ। ਹਥਿਆਰਾਂ ਦਾ ਜ਼ਖੀਰਾ ਆਪਣੇ ਕੋਲ ਬਹੁਤ ਘੱਟ ਹੈ। ਜ਼ਖੀਰਾ ਮਤਲਬ ਖਜ਼ਾਨਾ, ਕਿ ਆਪਣੇ ਕੋਲ ਹਥਿਆਰ ਬਹੁਤ ਘੱਟ ਹਨ। ਵੀ ਲੋਕਾਂ ਦੀ ਭਲਾਈ ਦੇ ਨਾਲ ਨਾਲ ਸਾਨੂੰ ਆਪਣੀ ਸੈਨਾ ਨੂੰ ਵੀ ਮਜ਼ਬੂਤ ਕਰਨਾ ਚਾਹੀਦਾ ਆ, ਇਹ ਕਹਿੰਦੇ ਸੀਗੇ। ਪਰ ਬਾਦਸ਼ਾਹ ਗੋਪਾਲਾ ਤਾਂ ਅਕਸਰ ਇਹੀ ਉੱਤਰ ਹੁੰਦਾ ਸੀਗਾ। ਉਹ ਆਪਣੇ ਮੰਤਰੀਆਂ ਨੂੰ ਕੀ ਕਹਿੰਦਾ ਸੀ ਕਿ ਅਸੀਂ ਜਦ ਕਿਸੇ ਦਾ ਕੁਝ ਕਹਿੰਦੇ ਹੀ ਨਹੀਂ ਕਦੀ ਕਿਸੇ ਨੂੰ, ਸਾਨੂੰ ਕੋਈ ਕੀ ਕਹਿ ਲੂ, ਆਪਾਂ ਤਾਂ ਸ਼ਾਂਤੀ ਦੇ ਪੁਜਾਰੀ ਹਾਂ। ਹਥਿਆਰਾਂ ਨਾਲੋਂ ਪ੍ਰਜਾ ਦੀ ਭਲਾਈ ਦੇ ਕੰਮਾਂ 'ਤੇ ਜ਼ਿਆਦਾ ਪੈਸਾ ਹੀ ਖਰਚਿਆ ਜਾਵੇ। ਬਾਦਸ਼ਾਹ ਦੀ ਗੱਲ ਸੁਣ ਕੇ ਮੰਤਰੀ ਚੁੱਪ ਕਰ ਜਾਂਦੇ ਹਨ। ਫਿਰ ਉਹੀ ਗੱਲ ਹੋਈ ਨਾਲ ਦੇ ਰਾਜੇ ਹਰਕਾਰੇ ਨੂੰ। ਦੇਖੋ, ਉਸ ਜਿਹੜਾ ਗੋਪਾਲਾ ਰਾਜਾ ਸੀ, ਉਹਦੇ ਥੋੜ੍ਹੀ ਦੂਰੀ 'ਤੇ ਇੱਕ ਰਾਜੇ ਦਾ ਹੋਰ ਰਾਜ ਸੀਗਾ। ਉਹਦਾ ਨਾਮ ਕੀ ਸੀ? ਹਰਕਾਰਾ। ਹਰਕਾਰੇ ਨੂੰ ਪਤਾ ਲੱਗਾ ਕਿ ਉਹ ਆਪਣੀ ਰਾਜ ਨੂੰ ਹੋਰ ਵਿਸ਼ਾਲ ਕਰਨਾ ਚਾਹੁੰਦਾ ਸੀਗਾ। ਉਹ ਜਿਹੜਾ ਰਾਜਾ ਸੀ ਨਾ ਹਰਕਾਰਾ, ਉਹ ਕੀ ਸੀ, ਆਪਦੀ ਰਾਜ ਪ੍ਰਜਾ ਨੂੰ ਹੋਰ ਵੀ ਵਿਸ਼ਾਲ ਕਰਨਾ ਚਾਹੁੰਦਾ ਸੀ। ਉਹ ਚਾਹੁੰਦਾ ਸੀ ਕਿ ਉਹਦੇ ਰਾਜ ਦੇ ਹੇਠਾਂ ਜ਼ਿਆਦਾ ਤੋਂ ਜ਼ਿਆਦਾ ਏਰੀਆ ਹੋਵੇ, ਜ਼ਿਆਦਾ ਤੋਂ ਜ਼ਿਆਦਾ ਲੋਕ ਹੋਣ। ਪਰ ਹੈ ਬੜਾ ਕਮੀਨਾ ਅਤੇ ਘਟੀਆ ਸੀ। ਜਿਹੜਾ ਹਰਕਾਰਾ ਰਾਜਾ ਸੀ ਨਾ, ਉਹ ਬੜਾ ਕਮੀਨਾ ਅਤੇ ਘਟੀਆ ਸੀ। ਪ੍ਰਜਾ ਉਸ ਤੋਂ ਦੁਖੀ ਸੀਗੀ। ਕਈ ਤਰ੍ਹਾਂ ਦੇ ਟੈਕਸ ਉਸਨੇ ਲੋਕਾਂ ਉੱਪਰ ਲਾਏ ਹੋਏ ਸਨ। ਉਹ ਦੇਖੋ, ਉਹਨੇ ਕੀ ਕੀਤਾ ਸੀ, ਲੋਕਾਂ ਦੇ ਉੱਪਰ ਨਾ ਤਰ੍ਹਾਂ ਦੇ ਟੈਕਸ ਲਾਏ ਹੋਏ ਸੀਗੇ। ਜਿਹੜਾ ਗੋਪਾਲਾ ਰਾਜਾ ਸੀ, ਉਹ ਤਾਂ ਆਪਦੀ ਪ੍ਰਜਾ ਨੂੰ ਹਮੇਸ਼ਾ ਖੁਸ਼ ਰੱਖਦਾ ਸੀ। ਪਰ ਹਰਕਾਰਾ ਰਾਜਾ ਸੀ ਨਾ, ਉਹਨੇ ਆਪਦੀ ਪ੍ਰਜਾ ਦੇ ਉੱਤੇ ਨਾ ਕਈ ਤਰ੍ਹਾਂ ਦੇ ਟੈਕਸ ਲਾਏ ਹੋਏ ਸੀਗੇ। ਠੀਕ ਹੈ ਨਾ। ਫਿਰ ਕੀ ਹੁੰਦਾ ਆ, ਕਹਿੰਦੇ ਕੋਈ ਵਿਅਕਤੀ ਰਾਜੇ ਦੇ ਵਿਰੁੱਧ ਗੱਲ ਕਰਦਾ ਤਾਂ ਰਾਜਾ ਉਸ ਨੂੰ ਤੁਰੰਤ ਸਜ਼ਾ ਦੇ ਦਿੰਦਾ ਸੀਗਾ। ਜਦੋਂ ਹਰਕਾਰੇ ਰਾਜੇ ਦੇ ਵਿਰੁੱਧ ਨਾ ਕੋਈ ਵੀ ਗੱਲ ਕਰਦਾ ਸੀ ਤਾਂ ਹਰਕਾਰਾ ਰਾਜਾ ਜਿਹੜਾ ਨਾ, ਉਹਨੂੰ ਤੁਰੰਤ ਸਜ਼ਾ ਦੇ ਦਿੰਦਾ ਸੀ। ਪ੍ਰਜਾ ਹਮੇਸ਼ਾ ਸਹਿਮੀ ਰਹਿੰਦੀ ਸੀ। ਸਾਰੀ ਪ੍ਰਜਾ ਕੀ ਹੈ ਨਾ, ਹਰਕਾਰੇ ਰਾਜੇ ਤੋਂ ਡਰਦੀ ਰਹਿੰਦੀ ਸੀਗੀ। ਉਸ ਰਾਜੇ ਦੇ ਬਾਦਸ਼ਾਹ ਗੋਪਾਲੇ ਦੇ ਖਿਲਾਫ ਜੰਗ ਦਾ ਐਲਾਨ ਕਰ ਦਿੱਤਾ। ਜਿਹੜਾ ਹਰਕਾਰਾ ਰਾਜਾ ਸੀ, ਉਹਨੇ ਕੀ ਕੀਤਾ, ਬਾਦਸ਼ਾਹ ਗੋਪਾਲੇ ਦੇ ਖਿਲਾਫ ਨਾ, ਜਿਹੜਾ ਬਾਦਸ਼ਾਹ ਰਾਜਾ ਗੋਪਾਲਾ ਸੀਗਾ, ਉਹਦੇ ਖਿਲਾਫ ਜੰਗ ਦਾ ਐਲਾਨ ਕਰ ਦਿੱਤਾ। ਰਾਜੇ ਗੋਪਾਲੇ ਨੂੰ ਅਜਿਹੀ ਘਟਨਾ ਬਾਰੇ ਅੰਦਾਜ਼ਾ ਵੀ ਨਹੀਂ ਸੀ। ਰਾਜੇ ਗੋਪਾਲੇ ਨੇ ਕਦੀ ਇਹ ਸੋਚਿਆ ਨਹੀਂ ਸੀ ਕਿ ਉਹਦਾ ਜਿਹੜਾ ਗਵਾਂਢੀ ਰਾਜਾ ਉਹਦੇ ਉੱਤੇ ਹਮਲਾ ਕਰੂਗਾ। ਬੇਸ਼ੱਕ ਉਹ ਵੀ ਫੌਜ ਦੇ ਸਮੇਤ ਮੈਦਾਨੇ ਜੰਗ ਵਿੱਚ ਨਾ ਆ ਡਟਿਆ। ਜਿਹੜਾ ਗੋਪਾਲਾ ਰਾਜਾ ਸੀ, ਉਹ ਹਰਕਾਰੇ ਰਾਜੇ ਦਾ ਮੁਕਾਬਲਾ ਕਰਨ ਲਈ ਨਾ ਮੈਦਾਨੇ ਜੰਗ ਦੇ ਵਿੱਚ ਆ ਗਿਆ। ਪਰ ਉਸ ਕੋਲ ਹਥਿਆਰਾਂ ਦੀ ਘਾਟ ਸੀ। ਉਸ ਦੀ ਫੌਜ ਦਾ ਬਹੁਤ ਨੁਕਸਾਨ ਹੋਇਆ। ਰਾਜਾ ਇਸ ਮਾੜੀ ਸਥਿਤੀ ਦੇ ਵਿੱਚ ਜਦੋਂ ਗੋਪਾਲੇ ਰਾਜੇ ਦੀ ਜਿਹੜੀ ਸੈਨਾ ਆ, ਉਹਦਾ ਬਹੁਤ ਜ਼ਿਆਦਾ ਨੁਕਸਾਨ ਹਰਕਾਰੇ ਰਾਜੇ ਦੀ ਸੈਨਾ ਦੇ ਵੱਲੋਂ ਹੁੰਦਾ ਆ, ਤਾਂ ਉਹ ਕੀ ਆ, ਰਾਜਾ ਇਸ ਮਾੜੀ ਸਥਿਤੀ ਵਿੱਚ ਨਾ ਆਪਣਾ ਘੋੜਾ ਲੈ ਕੇ ਜੰਗਲ ਵੱਲ ਭੱਜ ਗਿਆ। ਉਸ ਦੀ ਹਾਲਤ ਕਾਫੀ ਚਿੰਤਾਜਨਕ ਹੋ ਚੁੱਕੀ ਸੀ। ਉਹ ਇੱਕ ਸੰਘਣੇ ਜੰਗਲ ਵਿੱਚ ਪਹੁੰਚ ਗਿਆ। ਉੱਪਰੋਂ ਕਾਫੀ ਹਨੇਰਾ ਵੀ ਹੋ ਚੁੱਕਾ ਸੀ। ਉਸਨੇ ਘੋੜਾ ਨਾ ਇੱਕ ਰੁੱਖ ਹੇਠਾਂ ਖੜਾ ਕਰ ਦਿੱਤਾ ਤੇ ਆਪ ਰੁੱਖ ਤੇ ਚੜ੍ਹ ਗਿਆ। ਠੀਕ ਹੈ ਨਾ। ਜੰਗਲ ਦੇ ਵਿੱਚ ਸੀ ਤੇ ਉਹਨੇ ਸੋਚਿਆ ਵੀ ਥੱਲੇ ਸੌਣਾ ਸੁਰੱਖਿਅਤ ਨਹੀਂ ਹੈਗਾ। ਇਸ ਕਰਕੇ ਰਾਜੇ ਨੇ ਕੀ ਕੀਤਾ, ਰਾਜੇ ਨੇ ਆਪਦਾ ਘੋੜਾ ਦਰਖਤ ਨਾਲ ਬੰਨ੍ਹ ਕੇ ਆਪ ਦਰਖਤ ਦੇ ਉੱਤੇ ਚਲਾ ਗਿਆ। ਅੱਧੀ ਕੁ ਰਾਤ ਨੂੰ ਨਾ ਉਸਨੂੰ ਸ਼ੇਰ ਦੀ ਦਹਾੜਨ ਦੀ ਆਵਾਜ਼ ਸੁਣੀ। ਸ਼ੇਰ ਆ ਗਿਆ ਉੱਥੇ ਜਿੱਥੇ ਰਾਜਾ ਸੁੱਤਾ ਸੀਗਾ, ਰਾਜੇ ਦਾ ਘੋੜਾ ਸੀਗਾ। ਰਾਜੇ ਨੇ ਜਦੋਂ ਦਰਖਤ ਤੋਂ ਹੇਠਾਂ ਨਜ਼ਰ ਮਾਰੀ ਤਾਂ ਉਸਨੂੰ ਕੁਝ ਨਾ ਨਜ਼ਰ ਆਇਆ, ਪਰ ਸ਼ੇਰ ਨੇ ਉਸਦੇ ਪਿਆਰੇ ਘੋੜੇ ਨੂੰ ਮਾਰ ਮੁਕਾਇਆ ਸੀਗਾ। ਰਾਜੇ ਨੂੰ ਕੁਛ ਦਿਖਿਆ ਤਾਂ ਹੈ ਨਹੀਂ ਹਨੇਰੇ ਦੇ ਵਿੱਚ। ਜਦ ਦਿਨੇ ਦੇਖਿਆ ਤਾਂ ਜਿਹੜਾ ਸ਼ੇਰ ਸੀਗਾ, ਉਹਨੇ ਰਾਜੇ ਦੇ ਘੋੜੇ ਨੂੰ ਮਾਰ ਮੁਕਾਇਆ। ਰਾਜਾ ਆਪਣੇ ਘੋੜੇ ਦੀ ਅਜਿਹੀ ਸਥਿਤੀ ਦੇਖ ਕੇ ਦਰਦਨਾਕ, ਦੇਖੋ ਤਸਵੀਰ ਦੇ ਵਿੱਚ ਵੀ ਦਿਖ ਰਿਹਾ ਨਾ, ਦਰਦਨਾਕ ਮੌਤ ਦੇਖ ਕੇ ਬਹੁਤ ਰੋ ਪਿਆ। ਸਵੇਰ ਹੋਈ ਤਾਂ ਉਸਨੂੰ ਭੁੱਖ ਸਤਾਉਣ ਲੱਗੀ। ਚੱਲਦਾ ਚੱਲਦਾ ਉਹ ਇੱਕ ਬਸਤੀ ਦੇ ਨੇੜੇ ਪਹੁੰਚਿਆ। ਬਸਤੀ ਦਾ ਮਤਲਬ ਹੁੰਦਾ ਆ ਜਿੱਥੇ ਥੋੜ੍ਹੇ ਜਿਹੇ ਲੋਕ ਰਹਿ ਰਹੇ ਹੋਣ, ਛੋਟੇ ਛੋਟੇ ਘਰ ਬਣੇ ਹੋਣ। ਠੀਕ ਆ। ਉਸ ਦੀ ਨਜ਼ਰ ਇੱਕ ਕਿਸਾਨ 'ਤੇ ਪਈ ਜੋ ਤੂੜੀ ਢੋ ਰਿਹਾ ਸੀਗਾ।
ਠੀਕ ਹੈ। ਰਾਜੇ ਨੇ ਉਸ ਕੋਲ ਜਾ ਕੇ ਕਿਸਾਨ ਨੂੰ ਬੇਨਤੀ ਕੀਤੀ, ਮੈਂ ਤੇਰੇ ਕੰਮ ਆ ਸਕਦਾ ਹਾਂ। ਰਾਜੇ ਨੇ ਉਹਨੂੰ ਇਹ ਨਹੀਂ ਦੱਸਿਆ ਕਿ ਮੈਂ ਇੱਕ ਰਾਜਾ ਹਾਂ। ਰਾਜੇ ਨੇ ਕਿਸਾਨ ਨੂੰ ਕਿਹਾ ਕਿ ਮੈਂ ਤੇਰੇ ਕੰਮ ਆ ਸਕਦਾ। ਕਿਸਾਨ ਨੇ ਅਸਮਾਨ ਵੱਲ ਦੇਖਿਆ ਅਤੇ ਕਾਫੀ ਸੰਘਣੇ ਬੱਦਲ ਛਾਏ ਹੋਏ ਸੀ। ਦੇਖੋ ਅੱਜ ਕੱਲ੍ਹ ਦਾ ਮੌਸਮ ਆ, ਜਦੋਂ ਤੂੜੀ ਸਾਂਭਣ ਵਾਲੀ ਹੋਈ ਹੋਵੇ, ਬੱਦਲ ਹੋਣ ਅਤੇ ਡਰ ਹੁੰਦਾ ਨਾ ਕਿ ਫਟਾਫਟ ਫਸਲ ਸਾਂਭੀ ਜਾਵੇ, ਇੱਦਾਂ ਹੀ ਉਸ ਕਿਸਾਨ ਨੂੰ ਲੱਗਿਆ। ਉਸਨੇ ਤੁਰੰਤ ਰਾਜੇ ਨੂੰ ਕਿਹਾ, ਪਿਆਰੇ ਰਾਹਗੀਰ ਭਾਵ ਜੋ ਮੁਸਾਫਿਰ ਸੀ, ਜੋ ਕਿ ਰਾਜਾ ਸੀ, ਜੇ ਤੂੰ ਮੇਰੇ ਨਾਲ ਪੱਠਿਆਂ ਦਾ ਕੰਮ ਨਿਬੇੜ ਦੇਵੇਂ, ਭਾਵ ਤੂੜੀ ਦਾ ਕੰਮ ਨਿਬੇੜ ਦੇਵੇਂ, ਕਹਿੰਦਾ ਮੈਨੂੰ ਬਹੁਤ ਖੁਸ਼ੀ ਹੋਵੇਗੀ। ਕਹਿੰਦੇ ਰਾਜੇ ਗੋਪਾਲੇ ਨੇ ਪੱਠਿਆਂ ਦੀਆਂ ਪੰਡਾਂ, ਭਾਵ ਉਸ ਤੂੜੀ ਦੀਆਂ ਪੰਡਾਂ ਸਿਰ 'ਤੇ ਚੁੱਕ ਕੇ ਛੇਤੀ ਨਾਲ ਉਹਦਾ ਕਿਸਾਨ ਦਾ ਕੁੱਪ ਬਣਾ ਦਿੱਤਾ। ਸਮਝਦੇ ਹੋ ਨਾ, ਕੁੱਪ ਜਿਸ ਦੇ ਵਿੱਚ ਤੂੜੀ ਭਰੀ ਹੁੰਦੀ ਹੈ, ਠੀਕ ਹੈ ਨਾ। ਕਿਸਾਨ ਨੇ ਉਸ ਕੰਮ ਦੇ ਬਦਲੇ ਰਾਜੇ ਨੂੰ ਰੁੱਖੀ ਮਿੱਸੀ ਜਿਹੀ ਰੋਟੀ ਖਾਣ ਨੂੰ ਦੇਤੀ। ਰਾਜੇ ਨੇ ਉਹਦੇ ਨਾਲ ਕੰਮ ਕਰਾਇਆ। ਰਾਜੇ ਨੂੰ ਦੇਖੋ ਭੁੱਖ ਲੱਗੀ ਸੀ ਅਤੇ ਰਾਜੇ ਨੇ ਬਦਲੇ ਦੇ ਵਿੱਚ ਕੀ ਸੀ, ਰੋਟੀ ਖਾ ਲਈ। ਰਾਜੇ ਨੇ ਆਪਣੀ ਪਛਾਣ ਲੁਕੋ ਕੇ ਰੱਖੀ ਅਤੇ ਕਿਸਾਨ ਦਾ ਧੰਨਵਾਦ ਕਰਕੇ ਅੱਗੇ ਵਧ ਗਿਆ। ਰਾਜਾ ਗੋਪਾਲਾ ਤੁਰਦਾ ਇੱਕ ਮੈਦਾਨ ਵਿੱਚ ਪਹੁੰਚ ਗਿਆ। ਉੱਥੇ ਉਸਨੇ ਲੋਕਾਂ ਦੀ ਭੀੜ ਵੇਖੀ। ਰਾਜੇ ਨੇ ਉੱਥੇ ਜਾ ਕੇ ਭੀੜ ਵਿੱਚੋਂ ਇੱਕ ਵਿਅਕਤੀ ਨੂੰ ਉਸ ਇਕੱਠ ਬਾਰੇ ਪੁੱਛਿਆ, ਹੈ ਨਾ। ਭੀੜ ਵਿਚਲਾ ਵਿਅਕਤੀ ਕਹਿਣ ਲੱਗਾ, ਰਾਤੀ ਇਸ ਬਸਤੀ ਦੇ ਕਬੀਲੇ ਦੇ ਸਰਦਾਰ ਦੀ ਮੌਤ ਹੋ ਗਈ। ਦੇਖੋ ਰਾਜਾ ਤੁਰਦਾ ਜਿੱਥੇ ਪਹੁੰਚਿਆ ਸੀ ਉੱਥੇ ਇੱਕ ਕਬੀਲੇ ਦੇ ਲੋਕ ਰਹਿ ਰਹੇ ਸੀਗੇ, ਠੀਕ ਆ ਨਾ। ਉੱਥੇ ਬਹੁਤ ਜ਼ਿਆਦਾ ਭੀੜ ਲੱਗੀ ਹੋਈ ਸੀ। ਜਦੋਂ ਰਾਜੇ ਨੇ ਉਹਨਾਂ ਨੂੰ ਪੁੱਛਿਆ ਭੀੜ ਲੱਗਣ ਦਾ ਕਾਰਨ, ਅਤੇ ਵਿਅਕਤੀ ਨੇ ਕਿਹਾ ਕਿ ਰਾਤੀ ਇਸ ਬਸਤੀ ਦੇ ਕਬੀਲੇ ਦੀ ਸਰਦਾਰ ਦੀ ਮੌਤ ਹੋ ਗਈ ਹੈ। ਇਹਨਾਂ ਨੇ ਇੱਕ ਸਰਦਾਰ ਦੀ ਚੋਣ ਕਰਨੀ ਹੈ, ਮਤਲਬ ਉਹਨਾਂ ਨੇ ਆਪਣੇ ਵਾਸਤੇ ਇੱਕ ਨਵਾਂ ਸਰਦਾਰ ਲੱਭਣਾ ਹੈ। ਇਹ ਹਮੇਸ਼ਾ ਬਾਹਰੋਂ ਆਏ ਵਿਅਕਤੀਆਂ ਦੀ ਚੋਣ ਕਰਦੇ ਹਨ, ਭਾਵੇਂ ਕਬੀਲੇ ਦੇ ਲੋਕਾਂ ਦੇ ਵਿੱਚੋਂ ਨਹੀਂ ਕਿਸੇ ਨੂੰ ਸਰਦਾਰ ਬਣਾਉਂਦੇ, ਸਗੋਂ ਜਿਹੜਾ ਕੋਈ ਬਾਹਰੋਂ ਆਉਂਦਾ ਉਹਨੂੰ ਸਰਦਾਰ ਬਣਾ ਦਿੰਦੇ ਆ। ਅੱਜ ਸਵੇਰ ਤੋਂ ਹੀ ਮੋਹਤਬਾਰ ਵਿਅਕਤੀ ਇੱਥੇ ਖੜੋਏ ਹਨ, ਪਰ ਇਹਨਾਂ ਦੀ ਸ਼ਰਤ ਅਜੀਬ ਹੈ। ਉਹ ਕਹਿੰਦਾ ਕਿ ਇੱਥੇ ਬਹੁਤ ਸਾਰੇ ਲੋਕ ਆਏ ਹੋਏ ਆ, ਮੋਹਤਬਾਰ ਵੀ ਚੰਗੇ ਨਾਮੀ ਬੰਦੇ ਆਏ ਹੋਏ ਆ, ਪਰ ਕਹਿੰਦੇ ਇਹ ਕਬੀਲੇ ਵਾਲਿਆਂ ਦੀ ਸ਼ਰਤ ਹੀ ਬੜੀ ਅਜੀਬ ਆ। ਉਹ ਕਹਿੰਦਾ ਕਿਹੜੀ ਸ਼ਰਤ ਆ? ਰਾਜਾ ਹੈਰਾਨੀ ਨਾਲ ਬੋਲਿਆ, ਕਹਿੰਦਾ ਤੂੰ ਇਹਨਾਂ ਬੰਦਿਆਂ ਵਿੱਚ ਖੜ ਜਾ, ਤੈਨੂੰ ਆਪੇ ਪਤਾ ਲੱਗ ਜੂ। ਰਾਜਾ ਬਾਹਰਲੇ ਵਿਅਕਤੀਆਂ ਦੇ ਵਿੱਚ ਜਾ ਕੇ ਖੜਾ ਹੋ ਗਿਆ। ਉਸਨੇ ਕਬੀਲੇ ਦੇ ਪ੍ਰਮੁੱਖ ਬੰਦਿਆਂ ਤੋਂ, ਜੋ ਕਿ ਬਾਹਰੋਂ ਆਏ ਸੀ, ਵਿਅਕਤੀ ਨੂੰ ਸੰਬੋਧਿਤ ਕੀਤਾ ਕਰਦੇ ਹੋਏ ਕਿਹਾ, ਪਿਆਰਿਓ, ਅਸੀਂ ਅੱਜ ਆਪਣਾ ਸਰਦਾਰ ਚੁਣਨਾ ਹੈ। ਤੁਹਾਨੂੰ ਇੱਕ ਗੱਲ ਦੱਸ ਦਈਏ, ਇਹ ਭਲੇ ਲੋਕਾਂ ਦਾ ਕਬੀਲਾ ਹੈ। ਅਸੀਂ ਅੱਜ ਉਸ ਵਿਅਕਤੀ ਨੂੰ ਹੀ ਆਪਣਾ ਸਰਦਾਰ ਚੁਣਾਂਗੇ ਜਿਸ ਲਈ ਪਿਛਲੇ 24 ਘੰਟਿਆਂ ਵਿੱਚ ਕੋਈ ਭਲਾ ਕੰਮ ਕੀਤਾ ਹੋਵੇ। ਉਸ ਭਲੇ ਕੰਮ ਨਾਲ ਦੋਵੇਂ ਧਿਰਾਂ ਦਾ ਫਾਇਦਾ ਹੋਵੇ। ਕਹਿੰਦੇ ਕਿ ਅਸੀਂ ਅਜਿਹੇ ਵਿਅਕਤੀ ਨੂੰ, ਉਹ ਕਬੀਲੇ ਵਾਲਿਆਂ ਦੀ ਸ਼ਰਤ ਕੀ ਸੀ, ਕਹਿੰਦੇ ਅਸੀਂ ਅਜਿਹੇ ਵਿਅਕਤੀ ਨੂੰ ਆਪਣਾ ਸਰਦਾਰ ਬਣਾਉਣਾ ਆ ਜਿਹਨੇ 24 ਘੰਟਿਆਂ ਦੇ ਵਿੱਚ, ਜਿਹੜੇ 24 ਘੰਟੇ ਬੀਤ ਚੁੱਕੇ ਆ, ਭਾਵੇਂ ਇੱਕ ਦਿਨ ਦੇ ਵਿੱਚ ਜਿਹੜਾ ਦਿਨ ਲੰਘਿਆ ਉਸ ਦਿਨ ਦੇ ਵਿੱਚ ਕੋਈ ਚੰਗਾ ਕੰਮ ਕੀਤਾ ਹੋਵੇ, ਔਰ ਉਸ ਚੰਗੇ ਕੰਮ ਦੇ ਨਾਲ ਕਹਿੰਦੇ ਉਸ ਚੰਗੇ ਕੰਮ ਦੇ ਨਾਲ ਦੋਵੇਂ ਧਿਰਾਂ ਦਾ ਫਾਇਦਾ ਹੋਵੇ, ਭਾਵੇਂ ਦੋ ਧਿਰਾਂ ਨੂੰ ਫਾਇਦਾ ਹੋਇਆ ਹੋਵੇ। ਹਾਂ, ਉਸ ਭਲੇ ਕੰਮ ਦਾ ਕੋਈ ਸਬੂਤ ਵੀ ਦੇਣਾ ਪਵੇਗਾ। ਕਹਿੰਦੇ ਨਾਲ ਹੀ ਕਬੀਲੇ ਵਾਲਿਆਂ ਨੇ ਕਿਹਾ ਕਿ ਅਸੀਂ ਉਸ ਨੂੰ ਸਰਦਾਰ ਚੁਣਾਂਗੇ ਜਿਹਨੇ ਅਜਿਹਾ ਕੰਮ ਕੀਤਾ ਹੋਵੇ ਜਿਹਦੇ ਨਾਲ ਦੋ ਧਿਰਾਂ ਦਾ ਮਤਲਬ ਭਲਾ ਹੋਇਆ ਹੋਵੇ, ਅਤੇ ਨਾਲ ਹੀ ਉਹਨੂੰ ਸਬੂਤ ਦੇਣਾ ਪੈਣਾ ਕਿ ਉਹਨੇ ਕਿਹੜਾ ਭਲਾ ਕੰਮ ਕੀਤਾ। ਬਾਹਰੋਂ ਆਏ ਵਿਅਕਤੀ ਹੈਰਾਨ ਹੋ ਗਏ। ਜਿੰਨੇ ਵੀ ਬਾਹਰੋਂ ਆਏ ਸਨ ਕੁਝ ਨਾ ਕੁਝ ਕਹਿਣ ਲੱਗੇ, ਕੋਈ ਕੁਝ। ਉਹਨਾਂ ਦੀ ਸਰੀਰਕ ਮੁੰਦਰਾ ਦੀ ਭਾਸ਼ਾ ਵੀ ਝੂਠ ਬੋਲ ਰਹੇ ਸੀ, ਭਾਵ ਸਰੀਰਕ ਤੌਰ 'ਤੇ ਫੇਸ ਇੰਪਰੈਸ਼ਨ ਤੋਂ ਪਤਾ ਲੱਗ ਰਿਹਾ ਸੀ ਕਿ ਉਹ ਝੂਠ ਬੋਲ ਰਹੇ ਹਨ। ਕੋਈ ਸਬੂਤ ਵੀ ਪੇਸ਼ ਨਾ ਕਰ ਸਕਿਆ, ਕਿਸੇ ਕੋਲ ਕੋਈ ਸਬੂਤ ਵੀ ਨਹੀਂ ਸੀਗਾ, ਹੈ ਨਾ। ਕਹਿੰਦੇ ਹੁਣ ਜਦੋਂ ਰਾਜੇ ਗੋਪਾਲੇ ਦੀ ਵਾਰੀ ਆਈ ਤਾਂ ਉਹ ਚੁੱਪਚਾਪ ਖੜੋ ਗਿਆ। ਤਾਂ ਬਾਈ ਭਲੇ ਪੁਰਸ਼ਾਂ, ਤੂੰ ਕੀ ਕੀਤਾ 24 ਘੰਟਿਆਂ ਦੇ ਵਿੱਚ? ਫਿਰ ਜਦੋਂ ਉਹਨੂੰ ਸਵਾਲ ਪੁੱਛਿਆ ਗਿਆ ਗੋਪਾਲੇ ਰਾਜੇ ਨੂੰ ਕਿ ਤੂੰ 24 ਘੰਟਿਆਂ ਦੇ ਵਿੱਚ ਕੀ ਕੀਤਾ, ਕਹਿੰਦਾ ਜੀ ਮੈਂ ਤਾਂ ਇੱਕ ਗਰੀਬ ਕਿਸਾਨ ਦੀ ਮਦਦ ਕੀਤੀ ਹੈ। ਉਹ ਕਹਿੰਦੇ ਉਹ ਕਿਵੇਂ? ਕਬੀਲੇ ਵਾਲੇ ਲੋਕ ਕਹਿੰਦੇ ਉਹ ਕਿਵੇਂ? ਕਹਿੰਦੇ ਉਹ ਤੂੜੀ ਸਾਂਭ ਰਿਹਾ ਸੀਗਾ। ਗੋਪਾਲੇ ਨੇ ਮਦਦ ਕੀਤੀ ਸੀ ਇੱਕ ਕਿਸਾਨ ਦੀ, ਅਤੇ ਮਦਦ ਦੇ ਬਦਲੇ ਉਹਦਾ ਵੀ ਭਲਾ ਹੋਇਆ ਸੀ ਕਿਉਂਕਿ ਉਹਨੂੰ ਰੋਟੀ ਮਿਲੀ ਸੀਗੀ। ਉਹਨੇ ਉਹ ਸਾਰੀ ਘਟਨਾ ਉੱਥੇ ਦੱਸੀ। ਕਹਿੰਦਾ ਉਹ ਤੂੜੀ ਸਾਂਭ ਰਿਹਾ ਸੀ, ਉੱਪਰੋਂ ਬੱਦਲ ਆ ਰਹੇ ਸੀ, ਮੈਂ ਜਲਦੀ ਨਾਲ ਰਲ ਕੇ ਉਹਦਾ ਕੰਮ ਨਿਬੇੜ ਦਿੱਤਾ। ਮੇਰੇ ਇਸ ਕੰਮ ਨਾਲ ਕਿਸਾਨ ਨੂੰ ਫਾਇਦਾ ਤਾਂ ਹੋਇਆ ਹੀ, ਨਾਲ ਉਸਦੇ ਪਸ਼ੂਆਂ ਦਾ ਵੀ ਭਲਾ ਹੋਇਆ, ਹੈ ਨਾ। ਕਹਿੰਦੇ ਫਿਰ ਬਸਤੀ ਦੇ ਮੋਹਤਬਾਰ ਬੰਦਿਆਂ ਨੇ ਰਾਜੇ ਦੀ ਗੱਲ ਸੁਣ ਕੇ ਪ੍ਰਭਾਵਿਤ ਹੋਏ, ਪਰ ਇੱਕ ਬੰਦਾ ਕਹਿਣ ਲੱਗਾ, ਸਾਨੂੰ ਕਿਵੇਂ ਪਤਾ ਲੱਗੇ ਬਈ ਤੂੰ ਤੂੜੀ ਢੋਈ ਹੈ? ਰਾਜੇ ਗੋਪਾਲੇ ਨੇ ਬੜੀ ਹਲੀਮੀ ਨਾਲ, ਭਾਵ ਨਿਮਰਤਾ ਦੇ ਨਾਲ ਕਿਹਾ,
ਪਿਆਰੇ ਸਾਥੀਓ, ਮੈਂ ਇਹ ਗੱਲ ਤੁਹਾਨੂੰ ਸਿਰਫ ਆਪਣੀ ਜੇਬ ਵਿੱਚ ਡਿੱਗੇ ਪਏ ਤੂੜੀ ਦੇ ਕੱਖਾਂ ਨਾਲ ਹੀ ਦੱਸ ਸਕਦਾ। ਦੇਖੋ ਜਦੋਂ ਰਾਜਾ ਗੋਪਾਲਾ ਉਹ ਤੂੜੀ ਸਾਂਭ ਰਿਹਾ ਸੀਗਾ ਉਹਦੇ ਨਾਲ ਰਲ ਕੇ, ਤਾਂ ਉਸ ਸਮੇਂ ਨਾ ਉਹਦੀ ਜੇਬ ਦੇ ਵਿੱਚ ਤੂੜੀ ਦੇ ਡਿੱਖੇ ਪੈ ਗਏ। ਦੇਖੋ ਤੁਹਾਡੇ ਵੀ ਆਲੇ ਦੁਆਲੇ ਜਦੋਂ ਤੁਹਾਡੇ ਘਰ ਦੇ ਕੋਈ ਕੰਮ ਕਰਕੇ ਆਉਂਦੇ ਤਾਂ ਉਹ ਮਤਲਬ ਥੋੜ੍ਹਾ ਜਿਹਾ ਪੈ ਜਾਂਦਾ ਨਾ ਜੇਬ ਦੇ ਵਿੱਚ ਉਹੋ ਜਿਹੇ ਤੂੜੀ ਦੇ ਤੰਦ। ਉਹਨੇ ਫਿਰ ਉਹ ਮੋਰਲੀ ਜੇਬ ਵਿੱਚ ਪਏ ਤੂੜੀ ਦੇ ਕੱਖ ਕੱਢ ਕੇ ਉਹਨਾਂ ਦੇ ਸਾਹਮਣੇ ਰੱਖ ਦਿੱਤੇ। ਮੋਹਤਬਾਰ ਜਿਹੜੇ ਬੰਦੇ ਸੀਗੇ ਰਾਜੇ ਦੀ ਸਰੀਰਕ ਮੁੰਦਰਾ ਤੋਂ ਸਮਝ ਚੁੱਕੇ ਸਨ, ਭਾਵ ਫੇਸ ਇੰਪ੍ਰੈਸ਼ਨ ਤੋਂ ਸਮਝ ਚੁੱਕੇ ਸਨ ਕਿ ਉਹ ਸੱਚ ਬੋਲ ਰਿਹਾ ਹੈ। ਉਹਨਾਂ ਨੇ ਤੁਰੰਤ ਰਾਜੇ ਗੋਪਾਲੇ ਨੂੰ ਆਪਣਾ ਸਰਦਾਰ ਨਿਯੁਕਤ ਕਰ ਦਿੱਤਾ। ਰਾਜੇ ਨੇ ਆਪਣੀ ਸਾਰੀ ਹੱਡ ਬੀਤੀ ਸੁਣਾ ਦਿੱਤੀ। ਰਾਜੇ ਨੇ ਕਬੀਲੇ ਦੇ ਲੋਕਾਂ ਨੂੰ ਸਾਰਾ ਕੁਝ ਦੱਸਿਆ ਜੋ ਉਹਦੇ ਨਾਲ ਹੋਇਆ ਸੀਗਾ, ਕਿ ਉਹ ਉਸਨੂੰ ਹਰਕਾਰੇ ਰਾਜੇ ਨੇ ਕਿੱਦਾਂ ਉਹਦੇ ਮਤਲਬ ਰਾਜ ਭਾਗ ਤੋਂ ਬਾਹਰ ਕੱਢ ਦਿੱਤਾ, ਉਹਦੀ ਸੈਨਾ ਨੂੰ ਮਾਰਿਆ, ਹੈ ਨਾ। ਉਹਨਾਂ ਨੂੰ ਜਿਹੜੇ ਕਬੀਲੇ ਦੇ ਲੋਕ ਸੀ ਉਹਨਾਂ ਨੂੰ ਰਾਜੇ ਹਰਕਾਰੇ 'ਤੇ ਬਹੁਤ ਗੁੱਸਾ ਆਇਆ। ਉਹਨਾਂ ਸਭਨਾਂ ਨੇ ਸ਼ਕਤੀਸ਼ਾਲੀ ਢੰਗ ਨਾਲ ਇਕੱਠੇ ਹੋ ਕੇ ਰਾਜੇ ਗੋਪਾਲੇ ਦਾ ਸਾਥ ਦਿੱਤਾ ਅਤੇ ਰਾਜੇ ਹਰਕਾਰੇ ਨੂੰ ਕੀ ਕੀਤਾ, ਮਾਰ ਭਜਾਇਆ। ਹੁਣ ਰਾਜਾ ਗੋਪਾਲਾ ਉਸ ਕਬੀਲੇ ਦਾ ਵੀ ਸਰਦਾਰ ਸੀ ਅਤੇ ਰਾਜੇ ਹਰਕਾਰੇ ਦਾ ਰਾਜ ਵੀ ਉਸ ਕਬਜ਼ੇ ਵਿੱਚ ਸੀਗਾ। ਰਾਜੇ ਹਰਕਾਰੇ ਦਾ ਸਾਰਾ ਜਿਹੜਾ ਰਾਜ ਪ੍ਰਸ਼ਾਸਨ ਸੀ ਨਾ ਉਹ ਵੀ ਉਹਦੇ ਕੋਲ ਮਿਲ ਗਿਆ। ਦੇਖੋ ਕਬੀਲੇ ਦਾ ਸਰਦਾਰ ਵੀ ਬਣ ਗਿਆ। ਰਾਜਾ ਗੋਪਾਲਾ ਚੰਗਾ ਕੰਮ ਕੀਤਾ ਸੀ ਤਾਈਓ ਬਣਿਆ ਨਾ, ਅਤੇ ਉਹਨੂੰ ਹਰਕਾਰੇ ਰਾਜੇ ਤੋਂ ਛੁਟਕਾਰਾ ਵੀ ਮਿਲ ਗਿਆ ਅਤੇ ਉਹਦੀ ਪ੍ਰਜਾ ਉਹਦੀ ਜਿੰਦ ਜਾਨ ਸੀਗੀ, ਹੈ ਨਾ। ਬੇਟਾ ਇਹ ਦੇਖੋ ਦਵਿੰਦਰ ਮੰਡ ਦੀ ਕਹਾਣੀ ਸੀ। ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਸਮਝ ਆਈ ਹੋਵੇਗੀ। ਔਰ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਚੰਗੇ ਅਤੇ ਨੇਕ ਕੰਮ ਕਰਨੇ ਚਾਹੀਦੇ ਹਨ, ਕਿਉਂਕਿ ਚੰਗੇ ਅਤੇ ਨੇਕ ਕੰਮਾਂ ਦੇ ਨਤੀਜੇ ਹਮੇਸ਼ਾ ਚੰਗੇ ਹੁੰਦੇ ਹਨ। ਠੀਕ ਹੈ ਨਾ। ਜੇ ਤੁਸੀਂ ਅੱਜ ਚੰਗਾ ਕੰਮ ਕਰੋਗੇ ਤਾਂ ਇਹਦਾ ਕੱਲ੍ਹ ਨੂੰ ਤੁਹਾਨੂੰ ਚੰਗਾ ਫਲ ਵੀ ਜ਼ਰੂਰ ਮਿਲੇਗਾ। ਠੀਕ ਹੈ ਬੇਟਾ ਜੀ, ਅੱਜ ਤੁਸੀਂ ਇਸ ਕਹਾਣੀ ਦੇ ਸ਼ਬਦ ਅਰਥ ਪਹਿਲਾਂ ਉਦੇਸ਼ ਲਿਖਣਾ, ਸਿੱਖਿਆ ਲਿਖਣੀ ਹੈ, ਫਿਰ ਇਸ ਕਹਾਣੀ ਦੇ ਸ਼ਬਦ ਅਰਥ ਫੇਅਰ ਨੋਟਬੁੱਕ ਦੇ ਵਿੱਚ ਰਾਈਟ ਕਰਨੇ ਆ ਬੇਟਾ, ਸਾਫ਼ ਸਾਫ਼ ਲਿਖਾਈ ਦੇ ਵਿੱਚ। ਧੰਨਵਾਦ ਬੇਟਾ।